ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 6ਵੀਂ ਕਲਾਸ ਦੇ ਵਿਦਿਆਰਥੀਆਂ ਵਾਸਤੇ ਹੈ। ਤੁਹਾਨੂੰ ਪਤਾ ਹੈ ਕਿ ਪਿਛਲੇ ਲੈਸਨਸ ਦੇ ਵਿੱਚ ਅਸੀਂ ਬੇਸਿਕ ਆਪਰੇਸ਼ਨਸ ਦੀਆਂ 5 ਵਰਕਸ਼ੀਟ ਜਿਹੜੀਆਂ ਉਹ ਤੁਹਾਡੇ ਨਾਲ ਇੱਕ ਇੱਕ ਕਰਕੇ ਸਾਂਝੀਆਂ ਕੀਤੀਆਂ ਸਨ। ਤੋ ਅੱਜ ਦੇ ਲੈਸਨ ਵਿੱਚ ਆਪਾਂ ਚਾਰੋਂ ਹੀ ਜਿਹੜੇ ਸਾਡੇ ਕੋਲ ਬੇਸਿਕ ਆਪਰੇਸ਼ਨਸ ਨੇ ਉਹਨਾਂ ਦੀਆਂ ਮਿਕਸਡ ਪ੍ਰੋਬਲਮਸ ਜਿਹੜੀਆਂ ਅਸੀਂ ਕਰਾਂਗੇ। ਠੀਕ ਹੈ, ਬਹੁ ਵਿਕਲਪ ਪ੍ਰਸ਼ਨ MCQ ਸਾਡੇ ਕੋਲ ਹੈਗੇ ਨੇ, ਉਹ ਅਸੀਂ ਡਿਸਕਸ ਤੁਹਾਡੇ ਨਾਲ ਕਰਨ ਜਾ ਰਹੇ ਹਾਂ। 20 ਤੋਂ ਜ਼ਿਆਦਾ ਕੁਐਸਚਨ ਹੈਗੇ ਨੇ ਜਿਹੜੇ ਕਿ ਜੋੜ ਘਟਾਓ ਗੁਣਾ ਅਤੇ ਭਾਗ ਦੇ ਨਾਲ ਰਿਲੇਟਡ ਨੇ। ਉਹਦੇ ਸ਼ਾਬਦਿਕ ਸਮੱਸਿਆਵਾਂ ਵੀ ਹੈਗੀਆਂ ਨੇ। ਤੋ ਇਹ ਸਾਰੇ ਕੁਐਸਚਨ ਆਪਾਂ ਹੁਣ ਇੱਕ ਇੱਕ ਕਰਕੇ ਤੁਹਾਡੇ ਨਾਲ ਡਿਸਕਸ ਕਰਾਂਗੇ। ਨੋਟ ਕਾਪੀ ਤੇ ਪੈਨ ਆਪਣਾ ਤਿਆਰ ਰੱਖਣਾ ਹੈ, ਬਿਲਕੁਲ ਹਰ ਇੱਕ ਕੁਐਸਚਨ ਨੂੰ ਨੋਟ ਕਰਨਾ ਹੈ ਤੇ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਠੀਕ ਹੈ ਵਿਦਿਆਰਥੀਓ, ਤੋ ਆਓ ਦੇਖਦੇ ਹਾਂ ਅੱਜ ਦੇ ਇਸ ਲੈਸਨ ਵਿੱਚ ਸਾਡਾ ਪਹਿਲਾ ਕੁਐਸਚਨ ਕੀ ਹੈ। ਸੋ ਬਹੁ ਵਿਕਲਪ ਪ੍ਰਸ਼ਨ MCQ, ਇਹਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਸਵਾਲ ਜਿਹੜਾ ਹੈ ਉਹ ਹੈ 65,432 ਜਮ੍ਹਾਂ 34,568। ਠੀਕ ਹੈ, ਤੋ ਇਹਦੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਸਾਨੂੰ 4 ਆਪਸ਼ਨਸ ਜਿਹੜੀਆਂ ABCD ਦਿੱਤੀਆਂ ਗਈਆਂ ਨੇ। ਇਹ ਚਾਰਾਂ ਦੇ ਵਿੱਚੋਂ ਜਿਹੜਾ ਵੀ ਇਹਦਾ ਸਹੀ ਆਨਸਰ ਹੋਏਗਾ ਉਸ ਨੂੰ ਅਸੀਂ ਟਿਕ ਕਰਨਾ ਹੈ। ਠੀਕ ਹੈ ਜੀ, ਤੋ ਸਭ ਤੋਂ ਪਹਿਲਾਂ ਆਪਾਂ ਇਸ ਦਾ ਜੋੜ ਕਰਕੇ ਦੇਖਾਂਗੇ। ਜੋੜ ਕਰਨ ਤੇ ਜੋ ਸਾਡੇ ਕੋਲ ਉੱਤਰ ਬਣਦਾ ਉਹ ABCD ਦੇ ਵਿੱਚੋਂ ਉਹਨੂੰ ਅਸੀਂ ਟਿਕ ਕਰ ਦਿਆਂਗੇ। 65,432 34,568। ठीक है, तो 8 ਤੇ 2 ਸਾਡੇ ਕੋਲ 10 ਹੋ ਜਾਣਗੇ, ਇੱਕ ਹਾਸਲ ਆਏਗਾ। ਇਹ ਸਾਡੇ ਕੋਲ ਫਿਰ 10 ਬਣਦਾ ਹੈ, ਫਿਰ ਇੱਕ ਹਾਸਲ ਆ ਜਾਏਗਾ। 5 ਤੇ 9 5 4 9 ਤੇ 1 10, ਇੱਕ ਹਾਸਲ। ਫਿਰ 5 4 9 ਤੇ 1 10, ਇੱਕ ਹਾਸਲ ਤੇ ਫਿਰ ਸਾਡੇ ਕੋਲੇ 10 ਬਣਦਾ ਹੈ। ਠੀਕ ਹੈ ਜੀ, ਤੋ ਇਹ ਸਾਡੇ ਕੋਲ 1 ਲੱਖ ਜਿਹੜਾ ਆਨਸਰ ਬਣ ਜਾਂਦਾ ਹੈ। ਤੋ ABCD ਦੇ ਵਿੱਚੋਂ ਸਾਡੇ ਕੋਲ ਜਿਹੜੀ B ਆਪਸ਼ਨ ਹੈ ਉਹ 1 ਲੱਖ ਹੈ। ਇਹਦਾ ਮਤਲਬ ਇਹ ਆਪਸ਼ਨ ਅਸੀਂ ਟਿਕ ਕਰਨੀ ਹੈ। ਇਹ ਸਾਡੇ ਕੋਲ ਇਸ ਸਵਾਲ ਦਾ ਸਹੀ ਜਵਾਬ ਹੈ। ਠੀਕ ਹੈ, ਇਸ ਤੋਂ ਬਾਅਦ ਅਗਲਾ ਜਿਹੜਾ ਕੁਐਸਚਨ ਹੈ ਸਾਡੇ ਕੋਲ 35,406 ਜਮ੍ਹਾਂ 2,580 ਜਮ੍ਹਾਂ 43,251 ਬਰਾਬਰ ਹੈ 43,251 ਜਮ੍ਹਾਂ ਇੱਕ ਖਾਲੀ ਥਾਂ ਹੈ ਪਲੱਸ 35,406। ਤੋ ਅਸੀਂ ਦੇਖ ਸਕਦੇ ਹਾਂ ਇੱਧਰ ਸਾਡੇ ਕੋਲ 3 ਸੰਖਿਆਵਾਂ ਦਾ ਜੋੜ ਜਿਹੜਾ ਦਿੱਤਾ ਗਿਆ ਹੈ। ਉਹਦੇ ਵਿੱਚੋਂ ਇਹ 2 ਸੰਖਿਆਵਾਂ ਇੱਥੇ ਲਿਖੀਆਂ ਹੋਈਆਂ ਨੇ। ਤੀਜੀ ਸੰਖਿਆ ਜਿਹੜੀ ਹੈ ਉਹ ਮਿਸਿੰਗ ਹੈ। ਇਹਦਾ ਮਤਲਬ ਸਾਡੇ ਕੋਲ ਇਸ ਬਾਕਸ ਦੇ ਵਿੱਚ 2580 ਆਉਣਾ ਚਾਹੀਦਾ, 2,580। ਠੀਕ ਹੈ, ਤੋ ਭਾਵ ਇਹਦੇ ਵਿੱਚੋਂ ਸਾਡੇ ਕੋਲ ਜਿਹੜਾ C ਆਪਸ਼ਨ ਹੈ ਇਹਦੀ ਉਹ ਬਿਲਕੁਲ ਸਹੀ ਹੈ। ਠੀਕ ਹੈ ਵਿਦਿਆਰਥੀਓ, ਬਹੁਤ ਸੌਖੇ ਸਵਾਲ ਨੇ ਇਹ। ਸਾਡੇ ਕੋਲ ਇੱਕ ਤਰ੍ਹਾਂ ਦੇ ਨਾਲ ਬੇਸਿਕ ਆਪਰੇਸ਼ਨਸ ਦੀ ਰਿਵੀਜ਼ਨ ਜਿਹੜੀ ਉਹ ਚੱਲਦੀ ਪਈ ਹੈ ਤਾਂ ਕਿ ਅਸੀਂ 6ਵੀਂ ਕਲਾਸ ਦੇ ਅਗਲੇ ਸਵਾਲ ਕਰਨ ਵਾਸਤੇ ਪੂਰੀ ਤਰ੍ਹਾਂ ਤਿਆਰ ਹੋ ਜਾਈਏ। ਇਸ ਤੋਂ ਬਾਅਦ ਤੀਜਾ ਸਵਾਲ ਸਾਡੇ ਕੋਲ ਹੈ 99,999 ਜਮ੍ਹਾਂ 0। ਸਾਨੂੰ ਪਤਾ ਹੈ ਕਿ ਕਿਸੇ ਵੀ ਸੰਖਿਆ, ਕਿਸੇ ਵੀ ਪੂਰਨ ਸੰਖਿਆ 'ਚ ਅਸੀਂ ਅਗਰ 0 ਜੋੜਦੇ ਹਾਂ ਤਾਂ ਉਸ ਸੰਖਿਆ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਸੰਖਿਆ ਉਵੇਂ ਦੀ ਉਵੇਂ ਰਹਿੰਦੀ ਹੈ। ਠੀਕ ਹੈ ਨਾ, ਤੋ ਇਹਦੇ ਵਿੱਚੋਂ ਕੀ ਆਨਸਰ ਹੋਏਗਾ? ਬਿਲਕੁਲ ਸਹੀ, D ਜਿਹੜਾ ਸਾਡੇ ਕੋਲ ਹੈ ਉਹ ਇਸ ਸਵਾਲ ਦਾ ਬਿਲਕੁਲ ਰਾਈਟ ਆਨਸਰ ਹੈ। ਇਸ ਤੋਂ ਬਾਅਦ ਚੌਥਾ ਸਵਾਲ ਸਾਡੇ ਕੋਲ ਹੈ 1 ਲੱਖ ਮਾਈਨਸ 1। 1 ਲੱਖ ਦੇ ਵਿੱਚੋਂ ਅਸੀਂ 1 ਘਟਾਉਣਾ ਹੈ ਤਾਂ ਸਾਡੇ ਕੋਲ ਕੀ ਬਣੇਗਾ? 10,000 ਤਾਂ ਹੋ ਨਹੀਂ ਸਕਦਾ, ਨਾ ਹੀ 0 ਹੋ ਸਕਦਾ ਤਾਂ ਨਾ ਹੀ 1 ਲੱਖ ਹੋ ਸਕਦਾ। ਠੀਕ ਹੈ, ਤੋ ਇਹਦੇ ਚੋਂ C ਜਿਹੜੀ ਆਪਸ਼ਨ ਹੈ ਉਹ ਸਾਡੇ ਕੋਲ ਬਿਲਕੁਲ ਸਹੀ ਹੈ, 99,999। ਠੀਕ ਹੈ ਵਿਦਿਆਰਥੀਓ, ਤੋ ਇਸ ਤੋਂ ਬਾਅਦ 5ਵਾਂ ਸਵਾਲ ਅਸੀਂ ਦੇਖਦੇ ਹਾਂ। ਸਿਮਰ ਕੋਲ 5,832 ਰੁਪਏ ਹਨ ਅਤੇ ਉਸ ਦੀ ਭੈਣ ਪ੍ਰਭਜੋਤ ਕੋਲ 3,565 ਰੁਪਏ ਹਨ। ਸਿਮਰ ਕੋਲ ਕਿੰਨੇ ਵੱਧ ਰੁਪਏ ਹਨ? ਠੀਕ ਹੈ ਜੀ, ਸਿਮਰ ਦੇ ਕੋਲ 5,000 ਕੁਛ ਰੁਪਏ ਹਨ, ਪ੍ਰਭਜੋਤ ਦੇ ਕੋਲ 3,000 ਕੁਛ ਰੁਪਏ ਹਨ। ਤੋ ਇਹਨਾਂ ਦੇ ਵਿੱਚੋਂ ਅਸੀਂ ਦੇਖਣਾ ਕਿ ਸਿਮਰ ਕੋਲ ਕਿੰਨੇ ਵੱਧ ਹੈ। ਤੋ ਸਿਮਰ ਕੋਲ ਜਿੰਨੇ ਰੁਪਏ ਹਨ ਉਹਦੇ ਵਿੱਚੋਂ ਅਸੀਂ ਪ੍ਰਭਜੋਤ ਕੋਲ ਜਿੰਨੇ ਹਨ ਉਹ ਘਟਾ ਦੇਵਾਂਗੇ, ਫਿਰ ਸਾਨੂੰ ਪਤਾ ਚੱਲ ਜਾਏਗਾ ਕਿ ਸਿਮਰ ਦੇ ਕੋਲ ਕਿੰਨੇ ਰੁਪਏ ਜ਼ਿਆਦਾ ਹਨ। ਠੀਕ ਹੈ, ਤੋ 5832 ਦੇ ਵਿੱਚੋਂ ਆਪਾਂ ਮਾਈਨਸ ਕਰਨੇ ਆ 3565 ਰੁਪਏ। ਠੀਕ ਹੈ ਜੀ, ਤੋ ਇਹਦੇ 'ਚ ਅਸੀਂ ਹਾਸਲ ਲਵਾਂਗੇ, ਇੱਥੇ ਸਾਡੇ ਕੋਲ 12 ਆ ਜਾਏਗਾ, ਇੱਥੇ 2 ਬਚੇਗਾ। ਠੀਕ, ਤੋ 12 ਦੇ ਵਿੱਚੋਂ 5 ਅਸੀਂ ਮਾਈਨਸ ਕਰਦੇ ਹਾਂ ਤਾਂ ਸਾਡੇ ਕੋਲ 7 ਆਏਗਾ। ਇਸ ਤੋਂ ਬਾਅਦ ਇਹ 2 ਤੋਂ 6 ਮਾਈਨਸ ਨਹੀਂ ਕੀਤੇ ਜਾ ਸਕਦੇ, ਫਿਰ ਅਸੀਂ ਹਾਸਲ ਲਵਾਂਗੇ, ਇੱਥੇ 7 ਬਚੇਗਾ ਔਰ ਇੱਥੇ ਸਾਡੇ ਕੋਲ 12 ਬਣ ਜਾਏਗਾ। 12 ਚੋਂ 6 ਮਾਈਨਸ ਕਰਾਂਗੇ, 6 ਆਏਗਾ। 7 ਦੇ ਵਿੱਚੋਂ 5 ਮਾਈਨਸ ਕੀਤੇ ਤਾਂ 2 ਆਏਗਾ ਸਾਡੇ ਕੋਲ। 5 ਦੇ ਵਿੱਚੋਂ 3 ਮਾਈਨਸ ਕੀਤੇ ਫਿਰ 2 ਆਏਗਾ। ਤੋ 2,267 ਰੁਪਏ ਸਾਡੇ ਕੋਲ ਬਣਦੇ ਨੇ, ਭਾਵ ਕਿ ਸਾਡੇ ਕੋਲ ਇਹ ਜਿਹੜਾ ਉੱਤਰ ਹੈ ਇਹ ਬਿਲਕੁਲ ਸਹੀ ਹੈ ਇਸ ਕੁਐਸਚਨ ਦਾ। ਠੀਕ ਹੈ ਵਿਦਿਆਰਥੀਓ, ਇਸ ਤੋਂ ਬਾਅਦ ਅਗਲਾ ਸਾਡੇ ਕੋਲ ਸਵਾਲ 6ਵਾਂ ਤੁਸੀਂ ਦੇਖ ਸਕਦੇ ਹੋ। 6ਵਾਂ ਸਵਾਲ ਸਾਡੇ ਕੋਲ ਹੈ ਕਿ ਸੁਰਜੀਤ ਕੌਰ ਦੇ ਬੈਂਕ ਖਾਤੇ ਵਿੱਚ
50,000 रुपए ਹਨ ਅਤੇ ਉਸ ਦੇ ਪਤੀ ਚਰਨ ਸਿੰਘ ਦੇ ਖਾਤੇ ਵਿੱਚ 35,682 ਹਨ। ਉਹਨਾਂ ਦੋਹਾਂ ਦੇ ਖਾਤਿਆਂ ਵਿੱਚ ਕੁੱਲ ਕਿੰਨੀ ਰਾਸ਼ੀ ਹੈ? ਠੀਕ ਹੈ ਜੀ। ਸੁਰਜੀਤ ਕੌਰ ਦੇ ਖਾਤੇ ਵਿੱਚ 50,000 रुपए ਹਨ ਔਰ ਚਰਨ ਸਿੰਘ ਦੇ ਖਾਤੇ ਵਿੱਚ 35,682। तो ਦੋਨਾਂ ਦੀ ਕੁੱਲ ਰਾਸ਼ੀ ਪਤਾ ਕਰਨ ਲਈ ਅਸੀਂ ਕੀ ਕਰਾਂਗੇ? ਬਿਲਕੁਲ ਠੀਕ, ਕੁੱਲ ਜਦੋਂ ਅਸੀਂ ਪਤਾ ਕਰਨੀ ਹੈ ਤਾਂ ਅਸੀਂ ਦੋਨਾਂ ਦਾ ਜੋੜ ਕਰ ਦਿਆਂਗੇ। तो ਅਸੀਂ ਦੇਖਦੇ ਹਾਂ 50,000 ਦੇ ਵਿੱਚ ਜਦੋਂ ਅਸੀਂ 35,682 रुपए ਐਡ ਕਰਦੇ ਹਾਂ ਤਾਂ ਸਾਡੇ ਕੋਲ ਕੀ ਬਣਦਾ? 2 8 6 5 5 ਤੇ 3 8। तो ਇਹ ਸਾਡੇ ਕੋਲ ਬਣਦੀ ਹੈ ਰਾਸ਼ੀ 85,682। तो ਇਹਦੇ ਵਿੱਚੋਂ ਜਿਹੜਾ ਸੀ ਆਪਸ਼ਨ ਹੈ ਉਹ ਸਾਡੇ ਕੋਲ ਬਿਲਕੁਲ ਸਹੀ ਹੈ 6ਵੇਂ ਦੀ। ਠੀਕ ਹੈ, ਸੀ ਸਾਡੇ ਕੋਲ ਸਹੀ ਆਨਸਰ ਹੈ ਇਸ ਕੁਐਸਚਨ ਦਾ। ਇਸ ਤੋਂ ਬਾਅਦ ਸਾਡੇ ਕੋਲ 7ਵਾਂ ਕੁਐਸਚਨ ਹੈ ਇਸ ਸ਼ੀਟ ਦਾ। ਕਿਸੇ ਕਸਬੇ ਦੀ ਆਬਾਦੀ 12,078 ਹੈ। ਇਸ ਵਿੱਚ 4,872 ਪੁਰਸ਼ 4,729 ਔਰਤਾਂ ਹਨ ਅਤੇ ਬਾਕੀ ਬੱਚੇ ਹਨ। ਬੱਚਿਆਂ ਦੀ ਗਿਣਤੀ ਦੱਸੋ। ਠੀਕ ਹੈ ਜੀ। ਕੁੱਲ ਜਿਹੜੀ ਆਬਾਦੀ ਹੈ ਇਸ ਕਸਬੇ ਦੀ ਉਹ 12,078 ਹੈ ਔਰ ਇਹਦੇ ਵਿੱਚ ਇਹ ਸਾਡੇ ਕੋਲ ਪੁਰਸ਼ ਤੇ ਇਹ ਔਰਤਾਂ ਦੀ ਗਿਣਤੀ ਹੈ। ਬਾਕੀ ਬੱਚੇ ਹਨ, ਬੱਚਿਆਂ ਦੀ ਗਿਣਤੀ ਦੱਸੋ। ਤਾਂ ਆਪਾਂ ਕੀ ਕਰਦੇ ਹਾਂ, ਇਹਨਾਂ ਦੋਨਾਂ ਨੂੰ ਪੁਰਸ਼ ਤੇ ਔਰਤਾਂ ਦੀ ਜਿਹੜੀ ਗਿਣਤੀ ਹੈ ਇਹ ਦੋਨੋਂ ਅਸੀਂ ਐਡ ਕਰਾਂਗੇ। ਇਹਨਾਂ ਤੋਂ ਇਲਾਵਾ ਜਿਹੜੇ ਸਾਡੇ ਕੋਲ ਕਸਬੇ ਦੀ ਆਬਾਦੀ ਹੋਏਗੀ ਉਹ ਸਾਡੇ ਕੋਲ ਬੱਚਿਆਂ ਦੀ ਗਿਣਤੀ ਹੋਏਗੀ। ਭਾਵ ਦੋਨਾਂ ਨੂੰ ਜੋੜਨ ਤੋਂ ਬਾਅਦ ਜੋ ਸਾਡੇ ਕੋਲ ਆਨਸਰ ਆਏਗਾ ਉਹਨੂੰ ਅਸੀਂ 12,078 ਦੇ ਵਿੱਚੋਂ ਮਾਈਨਸ ਕਰਾਂਗੇ ਤਾਂ ਸਾਡੇ ਕੋਲ ਬੱਚਿਆਂ ਦੀ ਗਿਣਤੀ ਆ ਜਾਏਗੀ। ਤਾਂ ਸਭ ਤੋਂ ਪਹਿਲਾਂ ਅਸੀਂ 4872 ਅਤੇ 4729 ਨੂੰ ਜੋੜਾਂਗੇ। 4872 ਜਮਾ 4729। ठीक है जी। 9 ਤੇ 2 11 1 ਹਾਸਲ, 7 2 9 ਤੇ 1 10 1 ਹਾਸਲ, 8 ਤੇ 1 9 9 ਤੇ 7 16 1 ਹਾਸਲ, 4 4 8 ਤੇ 1 9। ਇਹਦਾ ਮਤਲਬ ਪੁਰਸ਼ ਤੇ ਔਰਤਾਂ ਨੂੰ ਮਿਲਾ ਕੇ ਜਿਹੜੀ ਸਾਡੇ ਕੋਲ ਆਬਾਦੀ ਬਣਦੀ ਹੈ ਉਹ 9,601 ਬਣਦੀ ਹੈ। ਇਸ ਤੋਂ ਇਲਾਵਾ ਜਿਹੜੀ ਬਾਕੀ ਆਬਾਦੀ ਹੈ ਉਹ ਸਾਡੇ ਕੋਲ ਬੱਚਿਆਂ ਦੀ ਗਿਣਤੀ ਹੋਏਗੀ। ਤਾਂ ਕੁੱਲ ਆਬਾਦੀ ਜਿਹੜੀ 12,078 ਹੈ ਇਹਦੇ ਵਿੱਚੋਂ ਅਸੀਂ ਮਾਈਨਸ ਕਰ ਦਿਆਂਗੇ 96,100। ठीक है, 9,601। तो 8 ਦੇ ਵਿੱਚੋਂ 7 1 ਮਾਈਨਸ ਕੀਤਾ ਸਾਡੇ ਕੋਲ 7 ਆਏਗਾ। 7 ਘਟਾਓ 0, ਇਹ ਸਾਡੇ ਕੋਲ 7 ਰਹੇਗਾ। 0 ਚੋਂ 6 ਨਹੀਂ ਕੱਢਿਆ ਜਾ ਸਕਦਾ, ਇੱਥੇ ਹਾਸਲ ਲੈਣਾ ਪਏਗਾ ਸਾਨੂੰ। ਇੱਧਰ 1 ਬਚੇਗਾ ਔਰ ਇੱਥੇ ਸਾਡੇ ਕੋਲ 10 ਹੋ ਜਾਣਗੇ। ਠੀਕ ਹੈ, 10 ਦੇ ਵਿੱਚੋਂ 6 ਮਾਈਨਸ ਕੀਤੇ 4 ਆਣਗੇ। ਇਸ ਤੋਂ ਬਾਅਦ ਇਹ ਸਾਡੇ ਕੋਲ 11 ਬਚਦੇ ਨੇ। 11 ਚੋਂ 9 ਮਾਈਨਸ ਕੀਤੇ ਤਾਂ ਸਾਡੇ ਕੋਲ 2। ਠੀਕ ਹੈ, तो ਇਸ ਸਵਾਲ ਦਾ ਜਿਹੜਾ ਉੱਤਰ ਹੈ ਸਾਡੇ ਕੋਲ ਕੀ ਆਏਗਾ? 2,477। तो ਇਹਦਾ ਮਤਲਬ ਕਸਬੇ ਵਿੱਚ ਜਿਹੜੀ ਬੱਚਿਆਂ ਦੀ ਗਿਣਤੀ ਹੈ ਉਹ 2,477 ਭਾਵ 2477 ਹੈ। ਠੀਕ ਹੈ ਵਿਦਿਆਰਥੀਓ, तो ਇਹ ਸਾਡੇ ਕੋਲ 7ਵਾਂ ਕੁਐਸਚਨ ਸੀ ਇਸ ਸ਼ੀਟ ਦਾ। ਇਸ ਤੋਂ ਬਾਅਦ ਹੁਣ ਆਪਾਂ ਨੈਕਸਟ ਸਵਾਲ ਦੇਖਦੇ ਹਾਂ, ਅਗਲਾ ਸਵਾਲ। ਇਸ ਤੋਂ ਬਾਅਦ 8ਵਾਂ ਸਵਾਲ ਸਾਡੇ ਕੋਲ ਹੈ ਕਿ 98,540 ਦੇ ਵਿੱਚੋਂ ਕਿਹੜੀ ਸੰਖਿਆ ਘਟਾਈ ਜਾਏ ਕਿ ਸਾਡੇ ਕੋਲ ਜਿਹੜਾ ਬਰਾਬਰ ਹੈ ਉਹ 98,539 ਹੈ। ਠੀਕ ਹੈ, तो ਇਹਦੇ 'ਚ ਆਪਾਂ ਸਿਰਫ ਅਗਰ ਇਕਾਈ ਦਹਾਈ ਦੇ ਅੰਕ ਦੇਖੀਏ ਤਾਂ 40 ਤੋਂ ਕੀ ਬਣਿਆ? 39। ਬਾਕੀ ਪਹਿਲਾਂ ਵਾਲੇ ਤਾਂ ਸੇਮ ਨੇ, 9 8 5 9 8 5 ਨਾ। तो 40 ਚੋਂ 39 ਕਿਵੇਂ ਆਣਗੇ? ਸਿਰਫ ਅਗਰ ਇੱਕ ਅਸੀਂ ਮਾਈਨਸ ਕਰਾਂਗੇ। ਠੀਕ ਹੈ, तो ਇਹਦਾ ਮਤਲਬ ਇਹਦਾ ਆਨਸਰ ਸਾਡੇ ਕੋਲ ਕੀ ਆਏਗਾ? 1। ਔਰ ਆਪਸ਼ਨ ਬੀ ਜਿਹੜੀ ਉਹ ਬਿਲਕੁਲ ਸਹੀ ਹੈ ਸਾਡੇ ਕੋਲ। ਠੀਕ, ਇਸ ਤੋਂ ਬਾਅਦ ਨੈਕਸਟ ਸਾਡੇ ਕੋਲ ਕੁਐਸਚਨ ਜਿਹੜਾ ਹੈ ਇਹਦੇ ਵਿੱਚ 9,999 ਜਮ੍ਹਾਂ ਆਪਾਂ ਇਹਦੇ 'ਚ ਕੀ ਜੋੜੀਏ ਕਿ ਸਾਡੇ ਕੋਲ ਇਹ 1 ਲੱਖ ਦੇ ਬਰਾਬਰ ਹੋ ਜਾਏ। ਠੀਕ ਹੈ, 9,999 ਦੇ ਵਿੱਚ ਆਪਾਂ ਕਿਹੜੀ ਸੰਖਿਆ ਜੋੜੀਏ ਕਿ ਸਾਡੇ ਕੋਲ ਬਰਾਬਰ 1 ਲੱਖ ਹੋ ਜਾਏ। ਇਹਦੇ ਵਿੱਚ ਤਾਂ ਸਾਡੇ ਕੋਲ ਬਹੁਤ ਛੋਟਾ ਜਿਹਾ ਫਰਕ ਸੀ, ਇਸ ਕਰਕੇ ਸਾਨੂੰ ਦੇਖ ਕੇ ਪਤਾ ਲੱਗਿਆ ਨਾ। ਪਰ ਇਹਦੇ ਵਿੱਚ ਕੀ ਕਰਨਾ ਪਏਗਾ? ਅਸੀਂ 1 ਲੱਖ ਦੇ ਵਿੱਚੋਂ 9,999 ਨੂੰ ਮਾਈਨਸ ਕਰਾਂਗੇ ਔਰ ਜੋ ਸਾਡੇ ਕੋਲ ਉੱਤਰ ਆਏਗਾ ਉਹ ਹੀ ਸਾਡੇ ਕੋਲ ਇਸ ਸਵਾਲ ਦਾ ਆਨਸਰ ਹੋਏਗਾ। ਠੀਕ ਹੈ, तो ਆਪਾਂ ਕਰਕੇ ਦੇਖਦੇ ਹਾਂ। 1,09,999। ਠੀਕ ਹੈ ਸਟੂਡੈਂਟਸ, तो ਇਹਦੇ ਸਭ ਤੋਂ ਪਹਿਲਾਂ ਇੱਥੇ ਅਸੀਂ ਜਦੋਂ ਆਨਸਰ ਲਵਾਂਗੇ ਤਾਂ ਇੱਥੇ 10 ਆਏਗਾ। ਇੱਥੋਂ ਅਸੀਂ ਸ਼ੁਰੂ ਕਰਾਂਗੇ ਨਾ। ਇੱਥੇ ਸਾਡੇ ਕੋਲ 9 ਬਚੇਗਾ, ਫਿਰ 9 9 9 ਬਚਦਾ ਜਾਏਗਾ ਸਾਰਾ। ਲਾਸਟ ਦੇ ਵਿੱਚ ਸਾਡੇ ਕੋਲ 10 ਹੈ। 10 ਦੇ ਵਿੱਚੋਂ 9 ਮਾਈਨਸ ਕੀਤੇ ਸਾਡੇ ਕੋਲ 1 ਆਏਗਾ। ਸੋ 9 ਦੇ ਵਿੱਚੋਂ 9 ਮਾਈਨਸ ਕੀਤੇ 0, ਫਿਰ 0, ਫਿਰ 0 ਔਰ ਲਾਸਟ ਦੇ ਵਿੱਚ ਕੀ ਆਏਗਾ? 9। तो इस तरह ਸਾਡੇ ਕੋਲ 90,001 ਬਣ ਜਾਂਦਾ ਹੈ। ਠੀਕ ਹੈ, 90,001 ਸਾਡੇ ਕੋਲ। ਇਹਦਾ ਮਤਲਬ ਸੀ ਜਿਹੜੀ ਆਪਸ਼ਨ ਹੈ ਉਹ ਸਾਡੇ ਕੋਲ ਬਿਲਕੁਲ ਸਹੀ ਹੈ ਇੱਥੇ। ਜੇਕਰ ਅਸੀਂ 9,999 ਦੇ ਵਿੱਚ 90,001 ਜੋੜਾਂਗੇ ਤਾਂ ਫਿਰ ਇਹ ਸਾਡੇ ਕੋਲ 1 ਲੱਖ ਦੇ ਸਮਾਨ ਹੋ ਜਾਏਗਾ। ਠੀਕ, तो ਅਗਲਾ ਜਿਹੜਾ ਕੁਐਸਚਨ ਹੈ ਸਾਡੇ ਕੋਲ ਉਹ ਹੈ
1000 ਮਾਈਨਸ ਸਮਥਿੰਗ ਬਰਾਬਰ 999। 1000 ਦੇ ਵਿੱਚੋਂ ਅਸੀਂ ਕੀ ਕਢਾਈਏ ਕਿ ਸਾਡੇ ਕੋਲ 999 ਆਦਾ, ਠੀਕ ਹੈ। तो ਇਹ ਤਾਂ ਬਹੁਤ ਹੀ ਸੌਖਾ ਸਾਡੇ ਕੋਲ ਸਵਾਲ ਹੈ, ਬਿਲਕੁਲ ਸਹੀ ਤੁਸੀਂ ਗੈਸ ਕੀਤਾ ਹੋਏਗਾ। 1000 ਦੇ ਵਿੱਚੋਂ ਜੇਕਰ ਅਸੀਂ 1 ਘਟਾਉਂਦੇ ਹਾਂ ਤਾਂ ਇਹ ਸਾਡੇ ਕੋਲ 999 ਬਣ ਜਾਂਦਾ ਹੈ, ਠੀਕ। ਇਸ ਤੋਂ ਬਾਅਦ 11ਵਾਂ ਸਵਾਲ ਸਾਡੇ ਕੋਲ ਹੈ ਕਿ 5 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਤੇ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਅੰਤਰ ਦੱਸੋ, ਠੀਕ ਹੈ। तो ਇਹਦੇ ਲਈ ਵਿਦਿਆਰਥੀਓ ਤੁਸੀਂ ਸਿੱਖ ਕੇ ਆਏ ਹੋ 5ਵੀਂ ਕਲਾਸ ਦੇ ਵਿੱਚ। ਸਭ ਤੋਂ ਪਹਿਲਾਂ ਸਾਨੂੰ ਇਹ ਦੱਸਣਾ ਪਏਗਾ ਕਿ 5 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੁੰਦੀ ਹੈ ਤੇ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਹੁੰਦੀ ਹੈ। तो 5 ਅੰਕਾਂ ਦੀ ਜਿਹੜੀ ਛੋਟੀ ਤੋਂ ਛੋਟੀ ਸੰਖਿਆ ਉਹ ਸਾਡੇ ਕੋਲ ਹੁੰਦੀ ਹੈ 10000, ਠੀਕ ਹੈ ਜੀ। तो ਇਹਦੇ ਵਿੱਚੋਂ ਅਸੀਂ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਨੂੰ ਮਾਈਨਸ ਕਰਾਂਗੇ, ਭਾਵ 9999, ਠੀਕ ਹੈ ਜੀ। तो ਇਹ 5 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੋ ਗਈ, ਇਹ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੋ ਗਈ। ਇਹਦੇ ਜਦੋਂ ਅਸੀਂ ਮਾਈਨਸ ਕਰਾਂਗੇ ਤਾਂ ਫਿਰ ਕੀ ਉੱਤਰ ਆਏਗਾ, ਕੀ ਅੰਤਰ ਆਏਗਾ, ਉਹ ਅਸੀਂ ਇੱਥੇ ਜਵਾਬ ਦੇਣਾ ਹੈ ਉਸਦਾ, ਠੀਕ ਹੈ। तो ਇਹਦੇ ਵਿੱਚ ਵੀ ਅਸੀਂ ਇੱਥੋਂ ਅਗਰ ਹਾਸਲ ਲਈਏ ਤਾਂ ਮੇਰੇ ਕੋਲ 9 ਬਚਦਾ ਜਾਏਗਾ ਸਾਰਾ, ਔਰ ਇੱਥੇ 10 ਆ ਜਾਏਗਾ। 10 ਦੇ ਵਿੱਚੋਂ ਅਗਰ 9 ਮਾਈਨਸ ਕਰਾਂਗੇ ਤਾਂ ਸਾਡੇ ਕੋਲ ਬਚੇਗਾ 1, ਔਰ ਬਾਕੀ ਸਾਰਾ ਸਾਡੇ ਕੋਲ 0 ਆ ਜਾਏਗਾ, ਭਾਵ ਆਨਸਰ ਕੀ ਆਇਆ 1। ਕਹਿਣ ਦਾ ਭਾਵ ਹੈ ਕਿ ਛੋਟੀ ਤੋਂ ਛੋਟੀ ਸੰਖਿਆ 5 ਅੰਕਾਂ ਦੀ 10000 ਦੇ ਵਿੱਚੋਂ, ਜੇ ਵੱਡੀ ਤੋਂ ਵੱਡੀ 4 ਅੰਕਾਂ ਦੀ 9999 ਘਟਾਈ ਜਾਵੇ ਤਾਂ ਸਾਡੇ ਕੋਲ ਜਿਹੜਾ ਉੱਤਰ ਹੈ ਉਹ 1 ਪ੍ਰਾਪਤ ਹੁੰਦਾ ਹੈ। तो C ਜਿਹੜਾ ਹੈ ਇਸ ਦਾ ਬਿਲਕੁਲ ਹੀ ਸਹੀ ਆਨਸਰ ਹੈ। ਇਸ ਤੋਂ ਬਾਅਦ ਹੈ ਸਾਡੇ ਕੋਲ 12ਵਾਂ ਸਵਾਲ। 20467 ਅੰਕਾਂ ਤੋਂ ਬਣੀ 5 ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਦਾ ਜੋੜਫਲ ਦੱਸੋ, ਠੀਕ ਹੈ ਜੀ। तो ਇਹਦੇ 'ਚ ਪਹਿਲਾਂ ਤਾਂ ਆਪਾਂ ਦੇਖ ਚੁੱਕੇ ਹਾਂ ਵੈਸੇ ਵਰਕਸ਼ੀਟਸ ਦੇ ਵਿੱਚ ਜਦੋਂ ਅਸੀਂ ਕੀਤਾ ਸੀਗਾ ਕਿ ਇਹਦੇ ਵਿੱਚ 5 ਅੰਕਾਂ ਦੀ ਜਿਹੜੀ ਵੱਡੀ ਤੋਂ ਵੱਡੀ ਸੰਖਿਆ ਉਹ ਤਾਂ ਬਣੇਗੀ 7 ਤੋਂ ਸ਼ੁਰੂ ਹੋ ਕੇ, ਭਾਵ 7 ਫਿਰ 6 ਫਿਰ 4 ਫਿਰ 2 ਤੇ ਫਿਰ 0, ਠੀਕ ਹੈ। ਔਰ ਇਹਦੇ ਵਿੱਚ 5 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਜਿਹੜੀ ਹੈ ਉਹ ਅਸੀਂ 0 ਤੋਂ ਨਹੀਂ ਸ਼ੁਰੂ ਕਰਾਂਗੇ, ਕਿਉਂਕਿ 0 ਤੋਂ ਸ਼ੁਰੂ ਕਰਾਂਗੇ ਤਾਂ ਸਾਡੇ ਕੋਲ ਬਾਕੀ ਜਿਹੜੀ ਸੰਖਿਆ ਹੈ ਉਹ 4 ਅੰਕਾਂ ਦੀ ਬਚ ਜਾਏਗੀ। ਅਸੀਂ 2 ਤੋਂ ਸ਼ੁਰੂ ਕਰਾਂਗੇ, तो सब तो पहला 2 आएगा, फिर सब तो छोटी संख्या जी 0, फिर उस तो बाद उस तो वड्डी ते उस तो वड्डी, ठीक है जी। तो इन्हां दोनों का असीं जोड़ जिहड़ा है जोड़फल है वो पता करना है। तो आप देखते हैं हुण इहदा की जोड़ बनता है, ठीक। 7 ते 0 7, 6 ते 2 ये साडे कोल 8 बनते हैं, 4 4 ये भी 8 बनते हैं, 6 ते 0 ये साडे कोल 6 बनते हैं, 7 ते 2 9 बनते हैं। सो साडे कोल जिहड़ा उत्तर है वो 96000 ਸਾਡੇ ਕੋਲ ਜਿਹੜਾ ਉੱਤਰ ਹੈ ਉਹ 96887 ਹੈ। तो ਇਹ ਬਣਿਆ ਸਾਡੇ ਕੋਲ ਬਿਲਕੁਲ ਸਹੀ ਜਵਾਬ ਇਸ ਸਵਾਲ ਦਾ 96887, ਠੀਕ ਹੈ ਜੀ। ਸੋ ਅਗਲਾ ਸਵਾਲ 13ਵਾਂ ਸਾਡੇ ਕੋਲ ਹੈ 1500 × 30 × 0। तो ਇਹਨਾਂ ਸੰਖਿਆਵਾਂ ਨੂੰ ਗੁਣਾ ਕਰਕੇ ਸਾਡੇ ਕੋਲ ਕੀ ਉੱਤਰ ਆਏਗਾ ਅਸੀਂ ਪਤਾ ਕਰਨਾ ਹੈ। तो ਆਪਾਂ 1500 ਨੂੰ ਪਹਿਲਾਂ 30 ਨਾਲ ਗੁਣਾ ਕਰ ਸਕਦੇ ਹਾਂ, ਫਿਰ ਅਸੀਂ ਉਹਨੂੰ 0 ਨਾਲ ਗੁਣਾ ਕਰ ਸਕਦੇ ਹਾਂ। ਪਰ ਇਹਦੇ ਤੋਂ ਪਹਿਲਾਂ ਇੱਕ ਚੀਜ਼ ਆਪਾਂ ਯਾਦ ਰੱਖਣੀ ਉਹ ਕਿ ਜਦੋਂ ਸਾਰੀਆਂ ਸੰਖਿਆਵਾਂ ਗੁਣਾ ਹੋ ਰਹੀਆਂ ਹੋਣ ਉਹਨਾਂ ਦੇ ਵਿੱਚ ਇੱਕ ਵੀ 0 ਆ ਗਈ ਤਾਂ 0 ਕਿਸੇ ਵੀ ਸੰਖਿਆ ਨਾਲ ਗੁਣਾ ਹੋ ਕੇ ਉਹਨੂੰ ਵੀ 0 ਬਣਾ ਦਿੰਦੀ ਹੈ। तो ਭਾਵ ਕੀ ਇਹ ਸਾਡੇ ਕੋਲ ਆਨਸਰ ਕੀ ਆਏਗਾ 0। तो ABCD ਦੇ ਵਿੱਚੋਂ ਜਿਹੜਾ ਸਹੀ ਆਨਸਰ ਹੈ ਉਹ ਸਾਡੇ ਕੋਲ ਕੀ ਬਚੇਗਾ C ਜਿਹੜੀ ਆਪਸ਼ਨ ਹੈ ਇਹ ਸਾਡੇ ਕੋਲ ਬਿਲਕੁਲ ਸਹੀ ਹੈ ਇਸ ਸਵਾਲ ਦਾ ਜਵਾਬ, ਠੀਕ। ਇਸ ਤੋਂ ਬਾਅਦ 14ਵਾਂ ਸਵਾਲ ਹੈ ਸਾਡੇ ਕੋਲ 7500 × 40 ਬਰਾਬਰ 40 × 7500 ਹੋਏਗਾ, ਠੀਕ ਹੈ ਨਾ। ਇਹ ਸਾਡੇ ਕੋਲ ਇੱਥੇ ਆਏਗਾ 7500। ਸਾਨੂੰ ਪਤਾ ਹੈ ਕਿ ਜਿਹੜੇ ਪੂਰਨ ਸੰਖਿਆਵਾਂ ਨੇ ਜਿਹੜੀਆਂ ਜਾਂ ਪ੍ਰਾਕ੍ਰਿਤਿਕ ਸੰਖਿਆਵਾਂ ਨੇ ਉਹ ਗੁਣਾ ਦੇ ਵਿੱਚ ਕ੍ਰਮ ਜਿਹੜਾ ਆਪਣਾ ਕ੍ਰਮ ਹੈ ਉਹ ਵਟਾ ਸਕਦੀਆਂ ਨੇ, ਠੀਕ ਹੈ। तो 7500 × 40 ਬਰਾਬਰ ਸਾਡੇ ਕੋਲ 40 × 7500 ਆ ਜਾਏਗਾ, ਠੀਕ ਹੈ ਜੀ। तो ਇਹਦੇ ਵਿੱਚੋਂ ਜਿਹੜੀ ਆਪਸ਼ਨ ਸਾਡੇ ਕੋਲ D ਹੈ ਉਹ ਹੀ ਇਸ ਦਾ ਸਹੀ ਜਵਾਬ ਸੀ ਸਾਡੇ ਕੋਲ, ਠੀਕ। ਇਸ ਤੋਂ ਬਾਅਦ ਅਸੀਂ ਚੱਲਦੇ ਹਾਂ 15ਵੇਂ ਤੇ 16ਵੇਂ ਸਵਾਲ ਦੇ ਉੱਤੇ। 15ਵਾਂ ਸਵਾਲ ਹੈ ਸਾਡੇ ਕੋਲ ਕਿ ਕਿਸ ਸੰਖਿਆ ਨੂੰ 100 ਦੇ ਨਾਲ ਭਾਗ ਕਰੀਏ ਕਿ ਸਾਡੇ ਕੋਲ ਜਿਹੜਾ ਬਰਾਬਰ ਹੈ ਉਹ 1000 ਆਏ। ਕਿਸ ਸੰਖਿਆ ਨੂੰ 100 ਨਾਲ ਭਾਗ ਕਰਕੇ ਸਾਡੇ ਕੋਲ ਬਰਾਬਰ 1000 ਆਏਗਾ। तो मैं अगर ਤੁਹਾਨੂੰ ਕਹਾਂ ਕਿ ਉਹ ਸੰਖਿਆ ਤੁਸੀਂ 100 ਤੇ 1000 ਨੂੰ ਆਪਸ ਚ ਗੁਣਾ ਕਰਦੇ ਹੋ, ਜੋ ਵੀ ਆਨਸਰ ਹੋਏਗਾ ਉਹੀ ਅਸੀਂ ਇੱਥੇ ਫਿਲ ਕਰ ਸਕਦੇ ਹਾਂ, ਠੀਕ ਹੈ। ਇਹਦੇ ਚ ਜੇ ਇੱਥੇ ਤੁਹਾਨੂੰ ਮੈਂ ਦੱਸਦਾ ਥੋੜਾ ਜਿਹਾ, ਮੰਨ ਲਓ ਕਿ ਇਹ ਸੰਖਿਆ ਮੇਰੇ ਕੋਲ ਹੈ x, तो x ਨੂੰ 100 ਨਾਲ ਭਾਗ ਕੀਤਿਆਂ ਇਹ ਮੇਰੇ ਕੋਲ ਬਣ ਜਾਏਗਾ 1000, ਠੀਕ। तो 100 ਨੂੰ ਜਦੋਂ ਇੱਧਰ ਲੈ ਕੇ ਜਾਵਾਂਗੇ ਤਾਂ ਜੋ ਸੰਖਿਆ ਇੱਧਰ ਭਾਗ ਕਰਦੀ ਹੈ ਦੂਜੇ ਪਾਸੇ ਜਾ ਕੇ ਉਹ ਗੁਣਾ ਹੁੰਦੀ ਹੈ। तो x ਜਿਹੜਾ ਮੇਰੇ ਕੋਲ ਆ ਜਾਏਗਾ 100 × 1000। तो ਇੱਕ ਦੇ ਨਾਲ 2 ਜ਼ੀਰੋਆਂ ਨੇ, ਇੱਕ ਦੇ ਨਾਲ 3 ਜ਼ੀਰੋਆਂ ਨੇ, ਕੁੱਲ ਇੱਕ ਦੇ ਨਾਲ ਕਿੰਨੀਆਂ ਜ਼ੀਰੋਆਂ ਹੋ ਜਾਣਗੀਆਂ 5, ਠੀਕ ਹੈ ਵਿਦਿਆਰਥੀਓ।
तो ये साडे कोल जिहड़ा सवाल है इसका की आंसर आएगा 1 ਲੱਖ, भाव कि बी जिहड़ा इहदा सही आंसर है। ठीक है, 1 ਲੱਖ ਨੂੰ ਜਦੋਂ 100 ਨਾਲ ਭਾਗ ਕਰਾਂਗੇ 2 ਜ਼ੀਰੋਆਂ ਕੱਟੀਆਂ ਜਾਣਗੀਆਂ ਤੇ ਸਾਡੇ ਕੋਲ 1000 ਜਿਹੜਾ ਆਂਸਰ ਹੈ ਉਹ ਬਚ ਜਾਏਗਾ। ਇਸ ਤੋਂ ਬਾਅਦ 16ਵਾਂ ਸਵਾਲ ਹੈ ਸਾਡੇ ਕੋਲ, ਇੱਕ ਕਿਤਾਬ ਦਾ ਮੁੱਲ 79 ਰੁਪਏ ਹੈ, 12 ਕਿਤਾਬਾਂ ਦਾ ਮੁੱਲ ਕੀ ਹੋਵੇਗਾ। ਹਾਂਜੀ, ਹੁਣ ਸਾਨੂੰ ਪਤਾ ਹੈ ਜਦੋਂ ਇੱਕ ਕਿਤਾਬ ਦੀ ਇੱਕ ਚੀਜ਼ ਦਾ ਮੁੱਲ ਸਾਨੂੰ ਪਤਾ ਹੋਵੇ, ਉਹਦੇ ਤੋਂ ਅਸੀਂ ਕਈ ਚੀਜ਼ਾਂ ਦਾ ਮੁੱਲ ਕਰਨਾ ਹੋਵੇ ਤਾਂ ਕੀ ਕਰੀਦਾ। ਤੁਹਾਨੂੰ ਪਹਿਲਾਂ ਵੀ ਇਹ ਚੀਜ਼ ਦੱਸੀ ਸੀ, ਇੱਕ ਤੋਂ ਕੱਢਣੇ ਹੋਣ ਕਈ ਤਾਂ ਗੁਣਾ ਕਰਨਾ ਰਹੂਗਾ ਸਹੀ, ਬਿਲਕੁਲ। तो ਅਸੀਂ 79 ਨੂੰ 12 ਦੇ ਨਾਲ ਗੁਣਾ ਕਰਾਂਗੇ, ਜੋ ਸਾਡੇ ਕੋਲ ਉੱਤਰ ਆਏਗਾ ਉਹੀ ਇਹਦੇ ਵਿੱਚੋਂ ਅਸੀਂ ਦੇਖਾਂਗੇ ਕਿਹੜਾ ਵਿਕਲਪ ਹੈ ਉਹ ਸਾਡੇ ਕੋਲ ਸਹੀ ਵਿਕਲਪ ਹੋਏਗਾ। ਠੀਕ ਹੈ, तो ਅਸੀਂ ਗੁਣਾ ਕਰਕੇ ਦੇਖਦੇ ਹਾਂ 79 ਨੂੰ 12 ਦੇ ਨਾਲ। 79 × 12, 9 दूनी 18, 1 ਹਾਸਲ, 7 दूनी 14 ਤੇ 1 15। ਇਸ ਤੋਂ ਬਾਅਦ 1 ਨਾਲ ਗੁਣਾ ਕਰੀਏ ਤੇ 9, ਇਹ ਸਾਡੇ ਕੋਲ 7 ਆਏਗਾ। ਠੀਕ ਹੈ, तो ਇਹ 8 ਬਚੇਗਾ, 9 ਤੇ 5 14, 1 ਹਾਸਲ ਆਏਗਾ ਸਾਡੇ ਕੋਲ ਤੇ 7 1 8 ਤੇ 1 9। तो ये सवाल का सही जवाब है साढ़े को 948। अगर एक किताब का मुल 79 रुपए है तो 12 किताबों का मुल कितना होएगा 948 रुपए। ठीक है, 17वां सवाल साढ़े को है, गीता कोल 175 रुपए हैं, वो किन्ने बच्चों विच ये रुपए वंडे तां जो हरेक बच्चे नूं 25 रुपए मिलन। वंडण की इत्थे गल की गई है ना, 175 रुपए वंडने ने। तो वंडण के लिए असी की करते हैं, हमेशा साढ़े ध्यान आ जाना चाहिए कि इस सवाल के भाग जी साढ़े को संक्रिया है उन्होंने असी यूज़ करांगे, बेसिक ऑपरेशन डिवीजन वाला ये यूज़ करांगे। ठीक है, तो 175 वंडना है, हर बच्चे को 25 रुपए मिलन, तो आप देख लें कि ये किन्ने किन्ने 25 रुपए हैं। तो 175 को 25 के नाल भाग कर देंगे। ठीक है, 175 को 25 के नाल असी भाग करांगे। तो 25 को जो असी 7 नाल गुणा करांगे तो यह साढ़े को 175 बनता है, बाकी साढ़े को 0 आ जाता है। सो भाव है कि 175 को 7 बच्चों में अगर असी वंडीए तो साढ़े को जोड़ा उत्तर है वो सारे बच्चों को, हर एक बच्चे को 25-25 रुपए मिल जाएंगे। तो इस सवाल का जो आंसर है साढ़े को की होएगा सी पार्ट है जोड़ा यदा वो बिल्कुल सही आंसर है इस सवाल का। इस तो बाद अगला 18वां सवाल साढ़े को है, 700 को असी किस चीज़ ना गुणा करिए कि साढ़े को 2800 गुणा 1 बच जाए। ठीक है, हुण ये जिहड़ा 2800 गुणा 1 है ये असल दे विच की है, साढ़े को 2800 ही है। ठीक है, 2800 को असी 1 नाल गुणा करिए तो 2800 ही उत्तर आएगा। तो 700 को किस ना गुणा करिए कि साढ़े को 2800 बने, इत्थे सानू देखना पेगा ना। तो ये लिए की कर सकते आप 2800 को 700 के नाल भाग करके देख लेने साढ़े को की आंदा। जदों असी 2800 को 700 के नाल भाग करांगे तो ये दोनों जीरोआं जड़ियां कट्टियां जाणगियां, 28 को 7 नाल भाग करोगे तो थोड़े को 4 उत्तर आएगा। भाव कि 18वें दे विच जिहड़ा सी विकल्प है ये सही है। 700 को 4 नाल गुणा करन ते साडे कोल 2800 रुपया 2800 जिहड़ा है वो प्राप्त हो जाता है। इस तो अगे बहुत आसान सवाल है साडे कोल, 9999 नूं आपां 1 दे नाल भाग करना तो साडे कोल की उत्तर बचेगा। तो बच्चों किसी भी संख्या नूं जेकर असीं 1 नाल भाग करिए या 1 दे नाल गुणा करिए तो साडे कोल उही संख्या उत्तर दे विच आ जाती है। भाव कि इसका आंसर साडे कोल की हो जाएगा 9999। तो डी जिहड़ी ऑप्शन है वो साडे कोल बिल्कुल दुरुस्त है, वो सही आंसर है इस क्वेश्चन का। ठीक है, इस तो बाद 20वां क्वेश्चन है साडे कोल कि 8899 ਨੂੰ ਅਸੀਂ ਭਾਗ ਕਰਨਾ है 8899 ਦੇ ਨਾਲ, 8899 ਨੂੰ 8899 ਨਾਲ ਭਾਗ ਕਰਨਾ है। तो ਜਦੋਂ ਕਿਸੇ ਵੀ ਸੰਖਿਆ ਨੂੰ ਉਸੇ ਹੀ ਸੰਖਿਆ ਦੇ ਨਾਲ ਅਸੀਂ ਭਾਗ ਕਰਦੇ ਹਾਂ ਤਾਂ ਸਾਡੇ ਕੋਲ ਉੱਤਰ ਕੀ ਆਉਂਦਾ ਹੈ 0 नहीं, बिल्कुल ठीक, 1 ਆਉਂਦਾ ਹੈ ਸਾਡੇ ਕੋਲ ਉੱਤਰ। ठीक है, तो ਕਿਸੇ ਵੀ ਸੰਖਿਆ ਨੂੰ ਉਸੇ ਸੰਖਿਆ ਨਾਲ ਭਾਗ ਕਰਾਂਗੇ ਸਾਡੇ ਕੋਲ ਉੱਤਰ 1 ਬਚੇਗਾ। तो ਇਹਦਾ ਮਤਲਬ ਜਿਹੜਾ 20ਵੇਂ ਸਵਾਲ ਦਾ ਸਾਡੇ ਕੋਲ ਉੱਤਰ ਹੈ ਉਹ ਕੀ ਬਚੇਗਾ, ਉਹ ਬਣੇਗਾ ਸਾਡੇ ਕੋਲ बी पार्ट जोड़ा है, बी ऑप्शन है वो बिल्कुल सही है। इस तो बाद साढ़े कोल अगला जोड़ा क्वेश्चन है 21वां क्वेश्चन, 99 गुणा 99, 99 नूं असीं 99 दे नाल गुणा करना है। ठीक है, तो 99 नूं जदों 99 नाल गुणा करांगे तो साढ़े कोल हेठां दे विचों कोई भी उत्तर जिहड़ा इन्हां चों आ सकदा है। तो आपां देखना है किहड़ा साढ़े कोल इहदे विच सही उत्तर है इस सवाल दा। 99 गुणा 99 करन ते साढ़े कोल की आंदा है, तो 9 81 1 8 हासिल, 9 81 ਤੇ 8 ਸਾਡੇ ਕੋਲ 99 बच गए। इस तो बाद फिर इत्थे 0 आएगा, फिर असीं 9 ਨਾਲ गुणा करांगे, फिर ਸਾਡੇ ਕੋਲ 1 9 ਤੇ 8 आ जाएंगे। ठीक है, फिर असीं इन्हां दा जोड़ जोड़ा वो देखते हैं, ये बनेगा 1 9 ਤੇ 1 0 10 1 हासिल आएगा तो 9 9 8 ਤੇ 1 9 9 ਤੇ 9 18 18 ਦਾ 8 ਤੇ 1 हासिल आएगा तो 9। तो ਸਾਡੇ ਕੋਲ 9801 ਜਿਹੜਾ है वो इस सवाल का सही आंसर बनता है।
9801, ठीक है जी। तो बी ऑप्शन जी है वो 21वें सवाल का साडे कोल सही आंसर है। इस तो बाद साडे कोल असी देख सकते हैं कि 22वां क्वेश्चन है जो कि एक शाब्दिक समस्या है। जेकर 15 कापियां दा मुल 90 रुपए है तो एक कापी का मुल पता करो। 15 कापियां दा मुल 90 रुपए है, असी एक कापी का मुल पता करना है। तो आप पहला गल कीती सी जदों असी भाग वाली जिहड़ी वर्कशीट कीती सीगी कि अगर ज़्यादा चीज़ों का मुल सानू पता होवे, असी उहदे तो एक का मुल कढ़ना होवे तो फिर सानू की करना चाहिए है। जदों एक तो ज़्यादा कढ़ने होण तो गुणा करना सही रहिंदा है, पर जदों ज़्यादा चीज़ों का मुल पता उहदे तो असी एक चीज़ का मुल पता करना है तो सानू हमेशा ही की करनी पैंदी है, भाग। ठीक है, कईयां तो कढ़ना होवे एक तो भाग करनी सिख। ठीक है, तो असी 90 ਨੂੰ 15 ਦੇ ਨਾਲ ਭਾਗ ਕਰਾਂਗੇ, जो भी ਸਾਡੇ ਕੋਲ उत्तर आएगा ਉਹੀ ਸਾਡੇ ਕੋਲ ਇੱਕ ਕਾਪੀ ਦਾ ਮੁੱਲ ਇਹਦੇ ਵਿੱਚ ਬਣੇਗਾ। ठीक है, तो ਆਪਾਂ देख ਲੈਂਦੇ ਹਾਂ 90 ਨੂੰ ਜਦੋਂ ਅਸੀਂ 15 ਨਾਲ ਭਾਗ ਕਰਦੇ ਹਾਂ ਤਾਂ ਕੀ ਬਣਦਾ ਹੈ। 15 ਦਾ ਪਹਾੜਾ ਆਪਾਂ ਪੜਨਾ ਹੈ। ठीक है, तो किन्ने ਨਾਲ गुना करिए तो ਸਾਡੇ ਕੋਲ 90 ਬਣਦਾ ਹੈ। बिल्कुल ठीक, 15 ਛੀਕਾ 90। तो 6 ਨਾਲ ਜਦੋਂ ਅਸੀਂ 15 ਨੂੰ ਗੁਣਾ ਕਰਾਂਗੇ ਤਾਂ ਇਹ ਸਾਡੇ ਕੋਲ 90 ਬਣੇਗਾ। भाव के साढ़े कोल अगर 15 कापियां का मुल 90 रुपए है तो एक कापी का मुल कितना हो जाएगा, 6 रुपए हो जाएगा। ठीक है, हुण इहदे विच सानू दो ऑप्शनस ने जिहड़ियां बिल्कुल सही दित्तियां ने, तो सी या डी दोनों दे विचों तुसीं कोई भी मार्क कर सकते हो। ठीक है, इत्थे सी मैं कर देना, तो सी जिहड़ा है इस सवाल का बिल्कुल सही जवाब है। ठीक है जी। इस तो बाद 23वां सवाल साडे कोल इस शीट का है कि दो संख्यावां का गुणनफल 256 है। जेकर एक संख्या 256 होवे तो दूजी संख्या होवेगी की होवेगी, इन्हां दे विचों असीं देखना है। ठीक है, दो संख्यावां ने, दो संख्यावां दा गुणनफल 256 है, तो उन्हां चों एक संख्या भी 256 है। तो कहण दा मतलब 256 नूं असीं किस संख्या नाल गुणा करिए कि साडे कोल उत्तर भी 256 ही आवे। ठीक है जी, तो बहुत आसान है। इहदे विचों एक नाल जे असीं 256 नूं गुणा करदे हां तां साडे कोल उत्तर भी बच्चों एक ही 256 ही आएगा। ठीक है, सो इसका जिहड़ा सही जवाब है साडे कोल ए ऑप्शन है, भाव के एक नूं 256 नाल गुणा कीता ते साडे कोल 256 ही बचता है। ठीक है, इस तो बाद अगला सवाल 24वां साडे कोल है। जेकर 894 नूं 100 नाल गुणा करिए तो साडे कोल 99400 बनता है। ठीक है, तो इसी तरह जे असीं 894 नूं 10 नाल गुणा करांगे तो साडे कोल की बनेगा। विद्यार्थियों ये बहुत सौखा होंगे जो असीं किसी भी संख्या नूं 100 दे नाल गुणा करना हो, या 10 नाल गुणा करना हो, 100 नाल गुणा करना हो, या 1000 नाल गुणा करना हो, या कोई भी संख्या हो जिहड़ी एक दे बाकी सारियां जीरोआं लगा के बनाई गई हो। ठीक है, ਇਹੋ जी संख्या के नाल जदों असीं किसी भी संख्या नूं गुणा करते हैं तो बहुत सौखा उही संख्या साडे कोल आ जाती है, नाल जिन्नियां एक दे जीरोआं लगियां होईयां ने वो असीं नाल लगा देणीआं होंदियां। ठीक है, जिद्दां कि इत्थे 894 नूं 100 नाल गुणा करना सी तो 100 एक दे नाल दो जीरोआं ने, वो दोनों सिफरां जिहड़ियां असीं 894 दे नाल लगा देणीआं ते साडे कोल जिहड़ा उत्तर प्राप्त हो जाता है। ठीक है, इसे तरह जे 894 नूं असीं 10 नाल गुणा करना है तो 10 दे विच एक दे नाल एक जीरो है, एक सिफर है, इहदा मतलब 894 दे नाल असीं एक सिफर लगा दांगे तो साडे कोल इस सवाल दा उत्तर जिहड़ा वो बन जाएगा। ठीक है, तो ये साडे कोल कितना बनिया 9940 या 8940। तो ये विचों साडे कोल सी ऑप्शन जिहड़ी है वो बिल्कुल सही है। ठीक है, सी ऑप्शन का जिहड़ा उत्तर है वो साडे कोल 9940 है। ठीक है विद्यार्थियों, मैनूं उम्मीद है कि जिन्ने सवाल आपां कीते ने सारे तुसीं नाल नाल बिल्कुल चंगी तरह समझे ने। इस तो बाद आखिरी सवाल है साडे कोल इस शीट का 25वां सवाल, 26 भाग 2 गुणा 4 जमा 4 घटाओ 40 बराबर कितना आवेगा। हुण इहदे विच साडे कोल एक ही सवाल दे विच सारे ही जिहड़े बेसिक ऑपरेशन ने वो आ गए ने, घटाओ का भी आ गया है निशान, जमा का भी आ गया है, गुणा का भी आ गया है, तो भाग का भी आ गया है। ठीक है, तो इनू करन दे लई आपां पहलां थोड़ा जिहा कुछ होर एक कॉन्सैप्ट जिहड़ा है वो समझ लैंदे आ, फिर उस तो बाद आपां इस सवाल नूं हल करांगे। हाँ जी विद्यार्थियों, तो ये तुसीं देख रहे हो स्क्रीन ते BODMAS, इनू असीं बोलते हैं बॉड मास। की बोलते हैं बॉड मास, इनू बॉड मास का फॉर्मूला करके भी आपां याद करते हैं। ठीक है, ये बी का मतलब होंदा ब्रैकेट, ओ का मतलब होंदा ऑफ, डी का मतलब डिवीजन, एम का मल्टीप्लीकेशन, ए का एडिशन, एस का सबट्रैक्शन। ठीक है, तो ये डी डिवीजन भाव के भाग, एम मल्टीप्लीकेशन भाव के गुणा, ए एडिशन भाव के जोड़, एस जड़ा सबट्रैक्शन भाव के
मतलब कि घटाओ। ठीक है, तो ਜਦੋਂ ਵੀ ਸਾਨੂੰ ਸਵਾਲ ਦੇ ਵਿੱਚ ਭਾਗ ਗੁਣਾ ਜੋੜ ਤੇ ਘਟਾਓ ਇਕੱਠੇ ਆ ਜਾਣ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕਿਹਨੂੰ ਹੱਲ ਕਰਨਾ ਹੈ। ਅਸੀਂ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੇ ਕਿ ਅਸੀਂ ਪਹਿਲਾਂ ਘਟਾਓ ਨੂੰ ਹੱਲ ਕਰ ਲਈਏ, ਫਿਰ ਜੋੜ ਨੂੰ, ਫਿਰ ਭਾਗ ਨੂੰ, ਜਾਂ ਪਹਿਲਾਂ ਗੁਣਾ ਨੂੰ ਜਾਂ ਪਹਿਲਾਂ ਜੋੜ ਨੂੰ। ਨਹੀਂ, ਇੱਦਾਂ ਕਦੇ ਵੀ ਨਹੀਂ ਕਰਨਾ। ਉਹਦੇ ਨਾਲ ਸਾਡੇ ਕੋਲ ਜਿਹੜਾ ਸਵਾਲ ਦਾ ਆਨਸਰ ਹੈ, ਉੱਤਰ ਹੈ, ਉਹ ਗਲਤ ਹੋ ਜਾਂਦਾ ਹੈ। ਤੋ ਜਦੋਂ ਵੀ ਸਵਾਲ ਦੇ ਵਿੱਚ ਇੱਕ ਤੋਂ ਜ਼ਿਆਦਾ ਆਪਰੇਸ਼ਨ ਲੱਗੇ ਹੋਣ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਇਹ ਚਾਰੋਂ ਆਪਰੇਸ਼ਨ ਦੀ ਆਪਾਂ ਗੱਲ ਕਰਾਂਗੇ ਇੱਥੇ। ਠੀਕ ਹੈ, ਪੂਰਾ ਫਾਰਮੂਲਾ ਸਾਡੇ ਕੋਲ ਬੌਡ ਮਾਸ ਕਹਾਂਦਾ ਹੈ। ਤੋ ਜੇ ਤਾਂ ਸਾਡੇ ਕੋਲ ਉਹਦੇ 'ਚ ਭਾਗ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਭਾਗ ਜਿਹੜੀ ਹੈ ਉਹ ਹੱਲ ਕਰਨੀ ਹੈ। ਦੂਜੇ ਨੰਬਰ 'ਤੇ ਅਸੀਂ ਜਿਹੜੀ ਗੁਣਾ ਹੱਲ ਕਰਾਂਗੇ, ਤੀਜੇ ਨੰਬਰ 'ਤੇ ਜੋੜ ਨੂੰ ਹੱਲ ਕਰਾਂਗੇ, ਔਰ ਸਭ ਤੋਂ ਅਖੀਰ ਦੇ ਵਿੱਚ ਅਸੀਂ ਘਟਾਓ ਨੂੰ ਹੱਲ ਕਰਾਂਗੇ, ਜਿਹੜੀ ਵੀ ਸਵਾਲ ਦੇ ਵਿੱਚ ਕਿਤੇ ਵੀ ਘਟਾਓ ਦਾ ਨਿਸ਼ਾਨ ਹੋਏਗਾ। ਇਹਨਾਂ ਵਿੱਚੋਂ ਜੇਕਰ ਭਾਗ ਦਾ ਨਿਸ਼ਾਨ ਨਹੀਂ ਹੈ ਤਾਂ ਜਿਹੜਾ ਵੀ ਨਿਸ਼ਾਨ ਸਾਡੇ ਕੋਲ ਇਹਦੇ ਵਿੱਚ ਇਹ ਸੀਰੀਜ਼ 'ਚ ਪਹਿਲਾਂ ਆਉਂਦਾ, ਜਿੱਦਾਂ ਇਹ ਪਹਿਲੇ ਨੰਬਰ 'ਤੇ, ਇਹ ਦੂਜੇ 'ਤੇ, ਇਹ ਤੀਜੇ 'ਤੇ, ਚੌਥੇ 'ਤੇ ਆਪਾਂ ਰੱਖ ਲਾਂਗੇ। ਤੋ ਜਿਹਦਾ ਇਹਨਾਂ ਦੇ ਵਿੱਚੋਂ ਚਾਰਾਂ 'ਚੋਂ ਜਿਹੜਾ ਵੀ ਆਪਰੇਸ਼ਨ, ਜਿਹੜੀ ਵੀ ਬੇਸਿਕ ਮੌਲਿਕ ਸੰਕ੍ਰਿਆ ਸਵਾਲ ਦੇ ਵਿੱਚ ਹੈ, ਉਹਦੇ ਵਿੱਚੋਂ ਜਿਹੜੀ ਸੰਕ੍ਰਿਆ ਦਾ ਛੋਟਾ ਨੰਬਰ ਹੈ, ਜਿਹੜੀ ਪਹਿਲਾਂ ਆਉਂਦੀ ਹੈ, ਉਹ ਅਸੀਂ ਪਹਿਲਾਂ ਕਰਨੀ ਹੈ। ਠੀਕ ਹੈ, ਜੇ ਗੁਣਾ ਤੇ ਘਟਾਓ ਆ ਜਾਂਦੇ ਨੇ ਤਾਂ ਗੁਣਾ ਪਹਿਲਾਂ ਕਰਾਂਗੇ, ਘਟਾਓ ਬਾਅਦ ਦੇ ਵਿੱਚ ਕਰਾਂਗੇ। ਜੇ ਜੋੜ ਤੇ ਘਟਾਓ ਆਉਂਦੇ ਨੇ ਤਾਂ ਪਹਿਲਾਂ ਜੋੜ ਕਰਾਂਗੇ, ਫਿਰ ਘਟਾਓ ਕਰਾਂਗੇ। ਜੇ ਭਾਗ ਤੇ ਜੋੜ ਪਹਿਲਾਂ ਆਉਂਦੇ ਨੇ, ਪਹਿਲਾਂ ਭਾਗ ਕਰਾਂਗੇ, ਫਿਰ ਜੋੜ ਕਰਾਂਗੇ। ਅਗਰ ਇਹ ਸਾਰੇ ਵੀ ਆ ਜਾਂਦੇ ਨੇ ਤਾਂ ਉਹਦੇ 'ਚ ਸਭ ਤੋਂ ਪਹਿਲਾਂ ਭਾਗ, ਉਸ ਤੋਂ ਬਾਅਦ ਗੁਣਾ, ਉਸ ਤੋਂ ਬਾਅਦ ਜੋੜ ਤੇ ਉਸ ਤੋਂ ਬਾਅਦ ਅਖੀਰ ਦੇ ਵਿੱਚ ਘਟਾਓ ਕਰਾਂਗੇ। ਠੀਕ ਹੈ, ਤਾਂ ਹੁਣ ਅਸੀਂ ਇਸ ਸਵਾਲ ਦੇ ਵਿੱਚ ਦੇਖਦੇ ਹਾਂ ਬੌਡ ਮਾਸ ਦੇ ਅਕੋਰਡਿੰਗ ਸਾਡੇ ਕੋਲ ਕੀ ਜਿਹੜਾ ਹੈ ਫਾਰਮੂਲਾ ਉਹ ਬਣਦਾ ਹੈ, ਕੀ ਸਾਡੇ ਕੋਲ ਵਿਧੀ ਬਣਦੀ ਹੈ ਇਹਨੂੰ ਹੱਲ ਕਰਨ ਦੀ। ਸੋ ਸਾਡੇ ਕੋਲ ਜਿਹੜੀ 25ਵੇਂ ਸਵਾਲ ਦੀ ਰਕਮ ਹੈ ਉਹ ਅਸੀਂ ਲਿਖ ਲੈਂਦੇ ਹਾਂ। ਇਹ ਸਾਡੇ ਕੋਲ ਹੈ 26 ਭਾਗ 2 ਗੁਣਾ 4 ਜਮਾ 4 ਘਟਾਓ 40। ਠੀਕ ਹੈ, तो ਇਹਦੇ ਵਿੱਚ ਸਾਡੇ ਕੋਲ ਭਾਗ ਦਾ ਨਿਸ਼ਾਨ ਵੀ ਹੈ, ਇਹਦੇ ਸਾਡੇ ਕੋਲ ਗੁਣਾ ਦਾ ਨਿਸ਼ਾਨ ਵੀ ਹੈ, ਇਹਦੇ 'ਚ ਜਮਾ ਦਾ ਵੀ ਹੈ, ਤੇ ਇਹਦੇ ਵਿੱਚ ਸਾਡੇ ਕੋਲ ਘਟਾਓ ਦਾ ਨਿਸ਼ਾਨ ਵੀ ਹੈ। तो ਇਹਦੇ 'ਚ ਸਭ ਤੋਂ ਪਹਿਲਾਂ ਸਾਡੇ ਕੋਲ ਕੀ ਆਉਂਦੀ ਹੈ, ਭਾਗ। तो ਅਸੀਂ ਸਭ ਤੋਂ ਪਹਿਲਾਂ ਭਾਗ ਵਾਲਾ ਜਿਹੜਾ ਹਿੱਸਾ ਹੈ ਉਹਨੂੰ ਹੱਲ ਕਰਾਂਗੇ, ਬਾਕੀ ਜੋ ਕੁਛ ਜਿਵੇਂ ਪਿਆ ਉਹਨੂੰ ਅਸੀਂ ਉਵੇਂ ਹੀ ਰਹਿਣ ਦੇਵਾਂਗੇ। ਠੀਕ ਹੈ, तो ਇਹ ਸਾਡੇ ਕੋਲ 26 ਨੂੰ ਜਦੋਂ ਅਸੀਂ 2 ਨਾਲ ਭਾਗ ਕਰਾਂਗੇ ਸਾਡੇ ਕੋਲ ਬੱਚਿਓ ਬਣ ਜਾਏਗਾ 13। ਬਾਕੀ ਸਾਰੀ ਚੀਜ਼ ਉੱਦਾਂ ਰਹਿ ਜਾਏਗੀ, ਗੁਣਾ 4 ਜਮਾ 4 ਘਟਾਓ 40। ਠੀਕ ਹੈ ਜੀ, तो ਹੁਣ ਗੁਣਾ ਜਮਾ ਤੇ ਘਟਾਓ, ਗੁਣਾ ਜੋੜ ਤੇ ਘਟਾਓ ਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਕੀ ਹੱਲ ਕਰਨਾ ਹੈ, ਗੁਣਾ ਨੂੰ ਹੱਲ ਕਰਨਾ ਹੈ। ਠੀਕ ਹੈ, तो 13 ਚੌਕਾ ਸਾਡੇ ਕੋਲ ਕਿੰਨੇ ਹੁੰਦੇ ਨੇ, 13 ਚੌਕ 52। ਠੀਕ, 52 ਜਿਹੜਾ ਸਾਡੇ ਕੋਲ ਇੱਥੇ ਆ ਜਾਏਗਾ। ਬਾਕੀ ਜੋ ਨਾਲ ਹੈ ਉਹਨੂੰ ਅਸੀਂ ਐਜ਼ ਇਟ ਇਜ਼ ਐਵੇਂ ਜਿਵੇਂ ਹੈ ਉਵੇਂ ਹੀ ਲਿਖ ਲਵਾਂਗੇ। ਠੀਕ ਹੈ, तो ਹੁਣ ਇਸ ਤੋਂ ਬਾਅਦ ਹੁਣ ਸਾਡੇ ਕੋਲ ਕੀ ਬਚ ਗਿਆ ਹੈ, ਇੱਕ ਜੋੜ ਬਚ ਗਿਆ ਹੈ, ਇੱਕ ਘਟਾਓ ਬਚ ਗਿਆ ਹੈ। ਤੇ ਹੁਣ ਅਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ, ਜੋੜ ਤੇ ਘਟਾਓ ਦੇ ਵਿੱਚੋਂ ਪਹਿਲਾਂ ਅਸੀਂ ਜੋੜ ਨੂੰ ਹੱਲ ਕਰਨਾ ਹੈ। तो ਜੋੜ ਜਿਹੜਾ ਸਾਡੇ ਕੋਲ ਬਣ ਜਾਏਗਾ 52 ਜਮਾ 4, 52 ਦੇ 4 ਕਿੰਨੇ ਹੋ ਗਏ ਸਾਡੇ ਕੋਲ 56 ਘਟਾਓ 40। ਹੁਣ ਅਖੀਰ ਦੇ ਵਿੱਚ 4 ਸੀਗੀਆਂ ਸਾਡੇ ਕੋਲ ਜਿਹੜੀਆਂ ਇਹ ਬੇਸਿਕ ਆਪਰੇਸ਼ਨਸ, 4 ਮੌਲਿਕ ਸੰਕ੍ਰਿਆਵਾਂ ਸੀਗੀਆਂ, ਦੇ ਵਿੱਚੋਂ 3 ਬਚ ਗਈਆਂ, 3 ਚੋਂ ਫਿਰ 2 ਦੇ ਵਿੱਚੋਂ ਹੁਣ ਸਾਡੇ ਕੋਲ ਸਿਰਫ ਇੱਕ ਮੌਲਿਕ ਸੰਕ੍ਰਿਆ ਜਿਹੜੀ ਹੈ ਉਹ ਬਚ ਗਈ ਹੈ। तो 56 ਦੇ ਵਿੱਚੋਂ ਜਦੋਂ ਅਸੀਂ 40 ਨੂੰ ਘਟਾਵਾਂਗੇ ਤਾਂ ਇਹ ਸਾਡੇ ਕੋਲ ਬਣ ਜਾਏਗਾ, ਕਿੰਨਾ ਬਚੇਗਾ 16 56 ਦੇ ਵਿੱਚੋਂ 40 ਨੂੰ ਜਦੋਂ ਅਸੀਂ ਘਟਾਵਾਂਗੇ ਤਾਂ ਸਾਡੇ ਕੋਲ 16 ਜਿਹੜਾ ਉੱਤਰ ਬਣੇਗਾ। ਠੀਕ ਹੈ, ਤਾਂ ਇਹ ਸਵਾਲ ਦਾ ਜਿਹੜਾ ਉੱਤਰ ਹੈ ਉਹ ਸਾਡੇ ਕੋਲ 16 ਬਣਨਾ ਚਾਹੀਦਾ ਹੈ। ਤਾਂ ਆਪਾਂ ਦੇਖ ਲੈਂਦੇ ਹਾਂ ਸਾਰੀਆਂ ਆਪਸ਼ਨਸ ਦੇ ਵਿੱਚ 16 ਸਾਨੂੰ ਦਿੱਤਾ ਹੋਇਆ ਹੈ ਜਾਂ ਨਹੀਂ। ਸੋ ਇਸ ਸਵਾਲ ਦੇ ਵਿੱਚ ਜਿਹੜੀਆਂ ਚਾਰੋਂ ਆਪਸ਼ਨਸ ਨੇ ਉਹ ਸਾਡੇ ਕੋਲ ਇੱਕ 64 ਹੈ, ਇੱਕ 8 ਹੈ, 4 ਹੈ ਤੇ ਇੱਕ 16 ਹੈ। ਤਾਂ 16 ਬਿਲਕੁਲ ਸਹੀ ਜਵਾਬ ਹੈ ਇਸ ਸਵਾਲ ਦਾ। ਤਾਂ 16 ਅਸੀਂ ਇੱਥੇ ਹੀ ਭਰ ਦੇंगे। ठीक है, तो ਇਹ ਵਿਦਿਆਰਥੀਓ ਸਾਡੇ ਕੋਲ ਬੇਸਿਕ ਆਪਰੇਸ਼ਨਸ ਦੀ ਲਾਸਟ ਸ਼ੀਟ ਸੀਗੀ, ਔਰ ਇਹਦਾ ਜਿਹੜਾ ਲਾਸਟ ਸਵਾਲ ਸੀਗਾ ਜਿਹੜਾ ਅਸੀਂ ਉਹਨੇ ਅਟੈਂਪਟ ਕੀਤਾ। ਮੈਨੂੰ ਉਮੀਦ ਹੈ ਕਿ ਸਾਰੇ 25 ਦੇ 25 ਸਵਾਲ ਤੁਸੀਂ ਨਾਲੋਂ ਨਾਲ ਹੱਲ ਕੀਤੇ ਹੋਣਗੇ ਤੇ ਉਹਦੇ 'ਚ ਕੁਛ ਨਾ ਕੁਛ ਤੁਹਾਨੂੰ ਨਵਾਂ ਸਿੱਖਣ ਵਾਸਤੇ ਵੀ ਮਿਲਿਆ ਹੋਵੇਗਾ, ਕੁਛ ਨਾ ਕੁਛ ਆਪਾਂ ਪੁਰਾਣੀਆਂ ਚੀਜ਼ਾਂ ਦੀ ਜਿਹੜੀ ਦੁਹਰਾਈ ਵੀ ਕੀਤੀ ਹੈ, ਜਿਹੜੀ ਤੁਹਾਡੇ ਬਹੁਤ ਹੀ ਜ਼ਿਆਦਾ ਕੰਮ ਆਏਗੀ ਵਿਦਿਆਰਥੀਓ। ਸੋ ਵਿਦਿਆਰਥੀਓ, ਮੌਲਿਕ ਸੰਕ੍ਰਿਆਵਾਂ ਦੇ ਵਿੱਚ, ਬੇਸਿਕ ਆਪਰੇਸ਼ਨਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਆਪਣੀਆਂ ਸੰਖਿਆਵਾਂ ਦੀ ਬਣਤਰ ਬਾਰੇ ਜਾਣਿਆ ਸੀਗਾ। ਠੀਕ ਹੈ, ਉਹਦੇ ਅਗੇਤਰ ਪਿਛੇਤਰ ਬਾਰੇ, ਜਾਂ ਸੰਖਿਆਵਾਂ 'ਚ ਇਕਾਈ, ਦਹਾਈ, ਸੈਂਕੜਾ ਕਿਵੇਂ ਅਲੱਗ-ਅਲੱਗ ਢੰਗ ਦੇ ਨਾਲ ਸਾਨੂੰ ਸੰਖਿਆਵਾਂ ਬਾਰੇ ਜਾਣਕਾਰੀ ਦਿੱਤੀ ਹੈ। ਤਾਂ ਉਹਦੇ ਤੋਂ ਅਸੀਂ ਸੰਖਿਆਵਾਂ ਕਿਵੇਂ ਬਣਾਉਣੀਆਂ ਨੇ। ਉਸ ਤੋਂ ਬਾਅਦ ਦੂਜੀ ਵਰਕਸ਼ੀਟ ਦੇ ਵਿੱਚ ਅਸੀਂ ਜੋੜ ਦੇ ਸਵਾਲ ਕੀਤੇ ਸੀਗੇ, ਤੀਜੀ ਵਰਕਸ਼ੀਟ ਦੇ ਵਿੱਚ ਘਟਾਓ ਦੇ, ਫਿਰ ਅਗਲਾ ਗੁਣਾ ਦੀ ਜਿਹੜੀ ਵਰਕਸ਼ੀਟ ਆਪਾਂ ਕੀਤੀ ਸੀ, ਤੇ ਪੰਜਵੀਂ ਵਰਕਸ਼ੀਟ ਆਪਾਂ ਭਾਗ ਦੇ ਨਾਲ ਕੀਤੀ ਸੀ। ਉਹਦੇ 'ਚ ਭਾਗ ਦੇ ਸਾਰੇ ਸਵਾਲ ਆਪਾਂ ਦੁਹਰਾਏ ਸੀਗੇ, ਹੱਲ ਕੀਤੇ ਸੀਗੇ। ਤੇ ਅਖੀਰ ਦੇ ਵਿੱਚ ਆਪਾਂ ਸਾਰੇ ਹੀ ਬੇਸਿਕ ਆਪਰੇਸ਼ਨ, ਸਾਰੀਆਂ ਮੌਲਿਕ ਸੰਕ੍ਰਿਆਵਾਂ ਦੀ ਇਕੱਠੀ ਇੱਕ ਸ਼ੀਟ, ਮਲਟੀਪਲ ਚੁਆਇਸ ਕੁਐਸਚਨ ਜਿਹੜੇ 25 ਸਾਡੇ ਕੋਲ ਸੀ ਉਹ ਅਸੀਂ ਅੱਜ ਇਸ ਲੈਸਨ ਦੇ ਵਿੱਚ ਹੱਲ ਕੀਤੇ ਨੇ। ਤੇ ਸਮਝ ਉਮੀਦ ਹੈ ਇਹਨਾਂ ਸਾਰੇ ਲੈਸਨਸ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ, ਜੋ ਕਿ 6ਵੀਂ ਕਲਾਸ ਦੇ ਵਿੱਚ ਅੱਗੇ ਗਣਿਤ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਤੁਹਾਡੇ ਬਹੁਤ ਕੰਮ ਆਏਗਾ। ਤਾਂ ਵਿਦਿਆਰਥੀਓ, ਅੱਜ ਇਸੇ ਲੈਸਨ ਦੇ ਨਾਲ ਮੈਂ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਇਸ ਤੋਂ ਬਾਅਦ ਕਿਸੇ ਹੋਰ ਅਧਿਆਏ ਦੇ
ਲੈਸਨਸ ਦੇ ਨਾਲ ਆਪਾਂ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਮੈਨੂੰ ਰਾਜਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।